सत श्री अकाल। कैनेडा न्यूज़ बुलेटिन देख रहे दर्शकों का स्वागत है। मैं हाँ सिमरनजीत कौर गिल। खबरों तो पहला नजर मार लेने आ मुख्य हेडलाइंस ते। पानी ਅਤੇ सीवर लाइन ਨੂੰ ਲੈ ਕੇ ਫੈਡਰਲ ਮੰਤਰੀ ਦਾ ਐਲਾਨ 77.2 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਕੀਤਾ ਐਲਾਨ। ਹਿੰਦੂ ਸਭਾ ਮੰਦਰ ਬ੍ਰੈਂਪਟਨ ਵਿਖੇ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ। ਲੋਕਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਿਰਕਤ। श्री खाटू श्याम फागुन महोत्सव ਦੀਆਂ ਤਿਆਰੀਆਂ ਸ਼ੁਰੂ। श्री खाटू श्याम परिवार ਕੈਨੇਡਾ ਵੱਲੋਂ 20 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਮहोत्सव। ਮਿਲਟਨ ਨੇ 2023 ਲਈ ਨਿਰਧਾਰਿਤ ਹਾਊਸਿੰਗ ਟੀਚੇ ਕੀਤੇ ਪਾਰ। ਪ੍ਰੀਮੀਅਰ ਫੋਰਡ ਨੇ 8.4 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦੀ ਆਖੀ ਗੱਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਣੀ ਅਤੇ ਸੀਵਰ ਲਾਈਨ ਨੂੰ ਲੈ ਕੇ ਫੈਡਰਲ ਸੈਰ ਸਪਾਟਾ ਮੰਤਰੀ ਨੇ 77.2 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਵਿਕਟੋਰੀਆ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਵਿੱਚ ਮੰਤਰੀ ਸੋਰਾਇਆ ਮਾਰਟੀਨੇਜ਼ ਫੈਰਾਡਾ ਨੇ ਪ੍ਰਿੰਸ ਰੂਪਰਟ ਸ਼ਹਿਰ ਦੀ ਪਾਣੀ ਦੀ ਵੰਡ ਪ੍ਰਣਾਲੀ ਅਤੇ ਸੀਵਰ ਲਾਈਨ ਨੂੰ ਅਪਗ੍ਰੇਡ ਕਰਨ ਵਿੱਚ ਮਦਦ ਕਰਨ ਲਈ ਨਿਵੇਸ਼ ਦਾ ਐਲਾਨ ਕੀਤਾ। ਮੰਤਰੀ ਅਤੇ ਮੇਅਰ ਦੁਆਰਾ ਘੋਸ਼ਿਤ ਕੀਤਾ ਗਿਆ ਇਹ ਪ੍ਰੋਜੈਕਟ ਸ਼ਹਿਰ ਦੇ ਪਾਣੀ ਦੀ ਵੰਡ ਸੰਬੰਧੀ ਗੰਭੀਰ ਚਿੰਤਾਵਾਂ ਨੂੰ ਦੂਰ ਕਰੇਗਾ ਅਤੇ ਇਸ ਦੀਆਂ ਸਦੀਆਂ ਪੁਰਾਣੀਆਂ ਸੀਵਰੇਜ ਪਾਈਪਾਂ ਦਾ ਆਧੁਨਿਕੀਕਰਨ ਕਰੇਗਾ। ਫੈਡਰਲ ਫੰਡਿੰਗ ਸ਼ਹਿਰ ਦੇ ਕੁਦਰਤੀ ਖਤਰਿਆਂ ਅਤੇ ਉਹਨਾਂ ਦੇ ਪ੍ਰਭਾਵਾਂ ਪ੍ਰਤੀ ਲਚਕੀਲੇਪਨ ਨੂੰ ਵਧਾਉਣ ਲਈ ਪਾਣੀ ਅਤੇ ਗੰਦੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਵਿੱਚ ਸਹਾਇਤਾ ਕਰੇਗੀ। ਇੱਕ ਵਾਰ ਪੂਰਾ ਹੋ ਜਾਣ ਤੋਂ ਬਾਅਦ ਇਹ ਕਮਿਊਨਿਟੀ ਮੈਂਬਰਾਂ ਦੀ ਰੋਜ਼ੀ ਰੋਟੀ, ਜ਼ਰੂਰੀ ਸੇਵਾਵਾਂ ਅਤੇ ਸਥਾਨਕ ਕਾਰੋਬਾਰਾਂ ਦੀ ਰੱਖਿਆ ਕਰਨ ਲਈ ਪਾਣੀ ਦੀ ਸਪਲਾਈ ਅਤੇ ਸੀਵਰ ਪਾਈਪ ਪ੍ਰਣਾਲੀਆਂ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੇਗੀ ਅਤੇ ਪ੍ਰਿੰਸ ਰੂਪਰਟ ਦੀ ਬੰਦਰਗਾਹ ਰਾਹੀਂ ਗਲੋਬਲ ਵਪਾਰ ਅਤੇ ਸਪਲਾਈ ਚੇਨਾਂ ਦੇ ਪ੍ਰਵਾਹ ਵਿੱਚ ਰੁਕਾਵਟਾਂ ਨੂੰ ਘੱਟ ਕਰੇਗੀ। ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਬੰਦਰਗਾਹ ਦਾ ਘਰ ਪ੍ਰਿੰਸ ਰੂਪਰਟ ਏਸ਼ੀਆ ਦੇ ਬਾਜ਼ਾਰਾਂ ਦਾ ਇੱਕ ਗੇਟਵੇ ਹੈ ਜੋ ਉੱਤਰੀ ਸੂਬਾਈ ਅਤੇ ਰਾਸ਼ਟਰੀ ਅਰਥਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਯਾਦਗਾਰੀ ਘੋਸ਼ਣਾ 7 ਮਾਰਚ ਨੂੰ ਵਿਕਟੋਰੀਆ ਵਿੱਚ ਕੀਤੀ ਗਈ ਸੀ ਜਿਸ ਵਿੱਚ ਮਿਊਨਿਸਪਲ, ਸੂਬਾਈ ਅਤੇ ਸੰਘੀ ਸਰਕਾਰਾਂ ਦੇ ਨੁਮਾਇੰਦੇ ਫੰਡਿੰਗ ਘੋਸ਼ਣਾ ਵਿੱਚ ਸ਼ਾਮਿਲ ਹੋਏ ਸਨ। So on behalf of Minister Fraser, I'm proud to announce that the federal government will help upgrade Princess Rupert's water and wastewater infrastructure with over $77 million from the Disaster Mitigation and Adaptation Fund. It will ensure that people in Prince Rupert have clean drinking water today and tomorrow. And Mr. Pon and we talked about this earlier. There's no small community. There's no small town. Every soul needs to have drinking water, and we have to ensure that if one person needs it, we have to be there to give it to them. Right now, Prince Rupert's water infrastructure isn't ready for an earthquake. I'm a francophone, you can tell, right? Its pipes are made of cast iron, which makes them vulnerable. And Mr. Mayor is going around with a little box, and I think it's a good thing to have. The city will use this funding to modernize the pipes as well as sanitaries and storm sewers, replacing them with durable material. Today's announcement is a great example of how 3 governments can work together to make it happen. We share the same goal, which is protecting our communities from climate change. At the federal level, we've introduced Canada's National Adaptation Strategy, and our investments since 2018 have been in the billions of dollars. And we need to protect Canadians, build and maintain infrastructure, and help communities fight climate change, because the impact is undeniable. ਫੰਡਿੰਗ ਡਿਜ਼ਾਸਟਰ ਮਿਟੀਗੇਸ਼ਨ ਐਂਡ ਅਡੈਪਟੇਸ਼ਨ ਫੰਡ ਦੁਆਰਾ ਦਿੱਤੀ ਗਈ ਸੀ। ਇਹ ਸ਼ਹਿਰ ਵਿੱਚ ਲਗਭਗ 26 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਅਤੇ ਸੀਵੇਜ ਲਾਈਨਾਂ ਨੂੰ ਸੰਬੋਧਿਤ ਕਰੇਗੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ 100 ਸਾਲ ਤੋਂ ਵੱਧ ਪੁਰਾਣੀਆਂ ਨੇ ਤੇ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਨੇ ਪਿਛਲੀਆਂ ਗਰਮੀਆਂ ਵਿੱਚ 82 ਮਿਲੀਅਨ ਡਾਲਰ ਡਿਜ਼ਾਸਟਰ ਮਿਟੀਗੇਸ਼ਨ ਐਂਡ ਅਡੈਪਟੇਸ਼ਨ ਫੰਡ ਲਈ ਅਰਜ਼ੀ ਦਿੱਤੀ ਸੀ ਅਤੇ ਹਜੇ ਤੱਕ ਸੰਘੀ ਸਰਕਾਰ ਇਸ ਫੈਸਲੇ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਸੂਬਾਈ ਸਰਕਾਰ ਨੇ ਲਗਭਗ 1 ਸਾਲ ਪਹਿਲਾਂ ਮਾਰਚ 2023 ਵਿੱਚ ਸ਼ਹਿਰ ਦੀਆਂ ਪਾਣੀ ਦੀਆਂ ਪਾਈਪਾਂ ਲਈ 65 ਮਿਲੀਅਨ ਡਾਲਰ ਵੀ ਅਲਾਟ ਕੀਤੇ ਸੀ। ਹਿੰਦੂ ਸਭਾ ਮੰਦਰ ਬ੍ਰੈਂਪਟਨ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੇ ਪੱਧਰ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਮੰਦਰ ਵਿੱਚ ਸ਼ਰਧਾਲੂਆਂ ਦਾ ਇਕੱਠ ਵੇਖਣ ਵਾਲਾ ਸੀ। ਬੱਚਿਆਂ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਦੇ ਲੋਕ ਭੋਲੇ ਸ਼ੰਕਰ ਦਾ ਆਸ਼ੀਰਵਾਦ ਲੈਣ ਵਾਸਤੇ ਮੰਦਰ ਪਹੁੰਚੇ ਹੋਏ ਸਨ। ਇਸ ਮੌਕੇ ਭੋਲੇ ਦੇ ਗੀਤਾਂ ਤੇ ਲੋਕਾਂ ਨੇ ਝੂਮ-ਝੂਮ ਕੇ ਸ਼ਿਵਰਾਤਰੀ ਦਾ ਜਸ਼ਨ ਮਨਾਇਆ।
ਹਰ ਮਹੀਨੇ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸੰਗਤਾਂ ਵੱਧ ਚੜ੍ਹ ਕੇ ਪਹੁੰਚਦੀਆਂ ਨੇ। ਬੀਤੇ ਕੁਝ ਦਿਨਾਂ ਤੋਂ ਮਹਾਸ਼ਿਵਰਾਤਰੀ ਨੂੰ ਲੈ ਕੇ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ ਅਤੇ ਇਹ ਤਿਆਰੀਆਂ ਹੁਣ ਮੁਕੰਮਲ ਹੋ ਚੁੱਕੀਆਂ ਨੇ। 8 ਮਾਰਚ ਨੂੰ ਵੱਡੇ ਪੱਧਰ ਤੇ ਮੰਦਿਰ ਦੇ ਵਿੱਚ ਮਹਾਸ਼ਿਵਰਾਤਰੀ ਦਾ ਮਹੋਤਸਵ ਮਨਾਇਆ ਜਾ ਰਿਹਾ ਹੈ, ਜਿੱਥੇ ਭੋਲੇ ਦੇ ਭਗਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਨਗੇ। ਇਸ ਦੇ ਨਾਲ ਹੀ ਮੰਦਿਰ ਨੂੰ ਖੂਬਸੂਰਤ ਅਤੇ ਵੰਨ-ਸੁਵੰਨੇ ਫੁੱਲਾਂ ਦੇ ਨਾਲ ਵੀ ਸਜਾਇਆ ਗਿਆ ਹੈ। ਹਰ ਵਰਗ, ਹਰ ਉਮਰ, ਹਰ ਜਾਤ ਅਤੇ ਹਰ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਇਸ ਮਹੋਤਸਵ ਦੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੂਜਾ ਤੋਂ ਬਾਅਦ ਭਜਨ ਕੀਰਤਨ ਗਾਇਨ ਕੀਤਾ ਜਾਵੇਗਾ, ਜਿਸ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਸ ਦੇ ਨਾਲ ਹੀ ਭਗਵਾਨ ਦੀਆਂ ਮੂਰਤੀਆਂ ਨੂੰ ਵੀ ਖਾਸ ਤੌਰ ਤੇ ਸਜਾਇਆ ਗਿਆ ਹੈ। ਇਸ ਮੌਕੇ ਮੰਦਿਰ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਅਤੇ ਮਹਾਸ਼ਿਵਰਾਤਰੀ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਹੋਇਆਂ ਮੰਦਿਰ ਦੇ ਪ੍ਰਬੰਧਕਾਂ ਦਾ ਕੀ ਕਹਿਣਾ ਸੀ, ਤੁਹਾਨੂੰ ਸੁਣਾਉਂਦੇ ਹਾਂ। मैं हिंदू सभा मैनेजमेंट में हूँ। आप सभी को हिंदू सभा और विमेन एम्पावरमेंट की तरफ से शिवरात्रि की बहुत बहुत शुभकामनाएं। यहाँ पर इतनी रौनक लगी हुई है, अगर आप अभी नहीं आए हैं तो ज़रूर आइए और शिव जी का आशीर्वाद लीजिए। बड़े हर्ष और उल्लास की बात है कि आज ये हिंदू महासभा भवन के बीच में आप देख रहे हैं कि महाशिवरात्रि का पर्व मनाया जा रहा है और जितना जोश इस बार देखने को मिल रहा है पूर्व की महाशिवरात्रियों में नहीं देखने को मिला। और ऊपर से आप देख रहे हैं कि हमारी मैनेजमेंट ने कितने इंतज़ाम किए हैं, बाहर से लेकर के चाय पानी से लेकर के प्रसाद की व्यवस्था से लेकर के नीचे भंडारा, भिन्न भिन्न प्रकार का भंडारा, यानी कि व्रत वालों के अलग से और बिना व्रत वालों का अलग से, और अंदर 4 पहरे की पूजाएँ 2-2 जगह महाशिवरात्रि के महापर्व को देखते हुए 2-2 शिवलिंगों की स्थापना की गई, जिससे कि दर्शकों को सुविधा बनी रहे। ये सारी बातें मैं इसलिए बता रहा हूँ कि हमारे धर्म की, हमारे भावनाओं की जो उन्नति हम देख रहे हैं, बड़ी प्रसन्नता हो रही है इसको देख करके। और मैं आप सबको ये इस बात की बहुत बहुत बधाई देता हूँ, बहुत बहुत शुभकामनाएं देता हूँ और आशा करता हूँ कि भगवान भोलेनाथ जी की कृपा इसी प्रकार से बनी रहे और आप सब लोग उसकी छत्र छाया में अपनी कम्युनिटी की सेवा करते रहें। जिस प्रकार की जो भी हो सके, सबसे मैं ये निवेदन करूँगा कि ज़्यादा से ज़्यादा मात्रा में अपने उत्सवों को मनाने के लिए आया करें। यही हमारी स्ट्रेंथ है और यही हमारी भगवान की, प्रभु की भक्ति, दोनों ही बातें हैं। हिंदू सभा मंदिर में आज पूरे जोश उल्लास से शिवरात्रि का महोत्सव मना रहे हैं और आनंद मान रहे हैं। आप अभी अगर आपको टीवी पे भी दिखाई देता होगा, इस वक्त अंदर सुंदर सा माहौल बना हुआ है ना, लोग इतना मस्ती में नाच रहे हैं। ऐसा लगता है शिव भोले ने आज सब भक्तों पे अपनी पूरी मेहरबानी की हुई है। हमारी हिंदू सभा मैनेजमेंट की कमेटी की तरफ से ये प्रयास हो रहा है, हमारे जितने भी त्यौहार आ रहे हैं उन त्योहारों को हम इतने अच्छे तरीके से, इतने उल्लास से उन सबको मनाएं ताकि हमारी आने वाली जनरेशन उसको देख सके, हमारे कैसे त्यौहार हैं, इनका क्या महत्व है, हम उनको समझाएं ताकि हम अपनी जो भी हमारी संस्कृति है वो हम आगे अपनी जनरेशन को पास ऑन कर सकें। तो मैं सभी धर्म प्रेमियों, शिव भक्तों को एक बार फिर आग्रह करूंगा कि आज शाम को मंदिर में, हिंदू सभा मंदिर में पधारिए और यहाँ उत्सव का आनंद मानिए। भक्त आ रहे हैं भगवान को प्रसन्न करने के लिए। भगवान शंकर की उपासना करने से मनुष्य के जीवन के दुख समाप्त हो जाते हैं। ऐसा शास्त्रों में लिखा गया है कि भगवान शंकर के शिवलिंग पर यदि कुछ पानी की कुछ बूंदें, जल की कुछ बूंदें चढ़ा दी जाएं तो भगवान शंकर प्रसन्न होते हैं, इसलिए उनका नाम आशुतोष है। आशुतोष का मतलब ये है जो बहुत जल्दी प्रसन्न होते हैं। इसलिए महाशिवरात्रि के शुभ अवसर पर इस दिन को कई लोगों अनेक प्रकार से पुकारते हैं। कोई कहता भगवान शंकर का विवाह हुआ था, कोई कहता शिव शंकर की उत्पत्ति हुई थी। तो कोई भी कार्य हुआ हो पर अच्छा काम करने के लिए किसी ज़रूरत नहीं होती। पर वास्तव में शिवलिंग सृष्टि के आदि में ही, प्रारंभ में जब ब्रह्मा जी ने संसार को बनाया, तब भगवान विष्णु और शंकर जी में एक प्रश्न पैदा हुआ कि हम दोनों में कौन बड़ा है। तब ब्रह्मा जी ने एक ज्योत को प्रकट किया था, उस ज्योत का नाम है शिवलिंग। उस ज्योत को ही सब लोग नमन करते हैं, उसको ही अनादिकाल से पूजा जाता है। और उसका मतलब ये है जो कि बिना शरीर के है,
वैसे सभी देवताओं का स्वरूप होता है, पर शिवलिंग केवल एक ऐसा है जिसको निर्विकल्प माना जाता है, जिस निराकार माना जाता है। ਜ਼ਿਕਰਯੋਗ ਹੈ ਕਿ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਵੱਡੇ ਪੱਧਰ ਤੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਗਤਾਂ ਬੇਹੱਦ ਉਤਸ਼ਾਹਿਤ ਨੇ। ਇਸ ਮੌਕੇ ਨਾ ਕੇਵਲ ਬਰੈਂਪਟਨ ਬਲਕਿ ਆਸ-ਪਾਸ ਦੇ ਖੇਤਰਾਂ ਤੋਂ ਵੀ ਲੋਕ ਵੱਧ ਚੜ੍ਹ ਕੇ ਮੰਦਿਰ ਦੇ ਵਿੱਚ ਭਗਵਾਨ ਦੇ ਦਰਸ਼ਨਾਂ ਵਾਸਤੇ ਪਹੁੰਚਦੇ ਨੇ। ਹਿੰਦੂ ਸਭਾ ਮੰਦਿਰ ਬਰੈਂਪਟਨ ਵਿੱਚ ਸ਼੍ਰੀ ਖਾਟੂ ਸ਼ਾਮ ਫਾਗੁਨ ਮਹੋਤਸਵ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਫਾਗੁਨ ਮੇਲੇ ਲਈ ਸ਼੍ਰੀ ਖਾਟੂ ਸ਼ਾਮ ਪ੍ਰੇਮੀ ਇੰਤਜ਼ਾਰ ਦੇ ਵਿੱਚ ਬੈਠੇ ਨੇ। ਸ਼੍ਰੀ ਖਾਟੂ ਸ਼ਾਮ ਪਰਿਵਾਰ ਕੈਨੇਡਾ ਵੱਲੋਂ 20 ਮਾਰਚ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਸ਼ਰਧਾਲੂਆਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸ਼੍ਰੀ ਖਾਟੂ ਸ਼ਾਮ ਪਰਿਵਾਰ ਕੈਨੇਡਾ ਦੇ ਵੱਲੋਂ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿਖੇ 20 ਮਾਰਚ ਨੂੰ ਖਾਟੂ ਸ਼ਾਮ ਫਾਗੁਨ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। 20 ਮਾਰਚ ਨੂੰ ਹੋਣ ਵਾਲੇ ਖਾਟੂ ਸ਼ਾਮ ਫਾਗੁਨ ਮਹੋਤਸਵ ਦੇ ਵਿੱਚ ਪਰਿਵਾਰਾਂ ਨੂੰ ਵੱਧ ਚੜ੍ਹ ਕੇ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਵਾਸਤੇ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਮੰਦਿਰ ਨੂੰ ਖੂਬਸੂਰਤ ਢੰਗ ਦੇ ਨਾਲ ਸਜਾਇਆ ਜਾ ਰਿਹਾ ਹੈ। ਸ਼੍ਰੀ ਖਾਟੂ ਸ਼ਾਮ ਪਰਿਵਾਰ ਕੈਨੇਡਾ ਦੇ ਵੱਲੋਂ ਲੰਬੇ ਸਮੇਂ ਤੋਂ ਖਾਟੂ ਸ਼ਾਮ ਦੀ ਇਹ ਸੇਵਾ ਨਿਭਾਈ ਜਾ ਰਹੀ ਹੈ। ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਜਿਸ ਨੂੰ ਲੈ ਕੇ ਸੰਗਤਾਂ ਵੀ ਵੱਧ ਚੜ੍ਹ ਕੇ ਉਤਸ਼ਾਹਿਤ ਨਜ਼ਰ ਆਉਂਦੀਆਂ ਨੇ। ਇਸ ਮੌਕੇ ਹੋਣ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਤੇ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ ਦਿੰਦਿਆਂ ਹੋਇਆਂ ਖਾਟੂ ਸ਼ਾਮ परिवार कैनेडा के मेंबरों ने की कहा है, तुहानू सुनाने आ। जी, श्री खाटू श्याम परिवार कनाडा की ओर से आप सबको हम सब आमंत्रित करते हैं 20 तारीख बुधवार 2024। जी हाँ, फागुन महोत्सव, श्री श्याम बाबा का फागुन महोत्सव मनाया जा रहा है कनाडा ब्रैम्पटन हिंदू सभा टेम्पल में। आप सब अपने परिवार के सहित आएँ और इस पावन महोत्सव पर बाबा का आशीर्वाद प्राप्त करें और इस महोत्सव को रंगारंग बनाएं। श्री खाटू श्याम परिवार कनाडा की तरफ से आप सभी को आमंत्रित करना चाहता हूं। आने वाले 20 मार्च को हम सब मिलकर श्री खाटू श्याम फागुन महोत्सव मनाने जा रहे हैं। मैं आप सभी को बता देना चाहता हूं कि ये महोत्सव बहुत ही धूमधाम से मना रहे हैं हम हिंदू सभा मंदिर ब्रैम्पटन में। मैं सभी को एक बार फिर से आमंत्रित देना चाहता हूँ कि आइए आप सभी मिलकर अपने दोस्त संबंधी भाई बंधुओं के साथ आएँ, बाबा का आशीर्वाद प्राप्त करें और इस कार्यक्रम को धूमधाम से मनाएं। दीनानाथ मेरी बात छानी कोनी तेरे से, दीनानाथ मेरी बात छानी कोनी तेरे से। जय श्री श्याम, जय श्री श्याम। आप लोगों को हार्दिक निमंत्रण है फागुन के मेले में, फागुन का उत्सव, होली के महोत्सव पे सब आए कनाडा में। और 20 तारीख को हिंदू सभा मंदिर में आप सभी आए, अपने सब परिवारजनों को लेकर आए और हमारे संग होली खेले। जय श्री श्याम, जय श्री श्याम। मैं श्री खाटू श्याम परिवार कनाडा की तरफ से सबको आमंत्रित करता हूँ। 20 मार्च को हम लोग फागुन महोत्सव मना रहे हैं। कृपया सभी भक्तगण अपने परिवार मित्रगण के साथ आएँ और बाबा का कार्यक्रम का आनंद लें और आशीष प्राप्त करें। जय श्री श्याम। आप सभी को जान के बहुत ही खुशी होगी कि आने वाली 20 मार्च 2024 को श्री खाटू श्याम कनाडा परिवार हिंदू सभा की ओर से बाबा के जन्म उत्सव बहुत ही धूमधाम से बाबा का जन्म उत्सव मनाया जाएगा। तो आप सभी को आमंत्रित कि अभी अपने मित्रों के और परिवार के साथ बाबा का आशीर्वाद प्राप्त करें। जय श्री श्याम। ਜ਼ਿਕਰਯੋਗ ਹੈ ਕਿ ਸ਼੍ਰੀ ਖਾਟੂ ਸ਼ਾਮ ਦੇ ਸ਼ਰਧਾਲੂ ਫਗਨ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ ਇਸ ਮੌਕੇ ਸੰਗਤਾਂ ਦਾ ਇਕੱਠ ਵੀ ਵੇਖਣ ਵਾਲਾ ਹੋਵੇਗਾ। ਆਏ ਸਾਲ ਵੱਡੇ ਪੱਧਰ ਤੇ ਅਜਿਹੇ ਸਮਾਗਮ ਕਰਵਾਏ ਜਾਂਦੇ ਨੇ ਜਿੱਥੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਵੀ ਸ਼ਿਰਕਤ ਕਰਦੇ ਨੇ ਤੇ ਖਾਟੂ ਸ਼ਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਉਂਦੇ ਨੇ। ਅਜਿਹੇ ਵਿੱਚ ਪ੍ਰਭੂ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਜ਼ਾਹਿਰ ਕਰਨ ਦਾ ਭਗਤਾਂ ਦਾ ਇਹ ਅਨੋਖਾ ਹੀ ਤਰੀਕਾ ਹੁੰਦਾ ਹੈ। ਮਿਲਟਨ ਨੇ 2023 ਲਈ ਆਪਣੇ ਨਿਰਧਾਰਿਤ ਹਾਊਸਿੰਗ ਟੀਚਿਆਂ ਨੂੰ ਪਾਰ ਕਰ ਲਿਆ ਹੈ, ਜਿਸ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਮਿਲਟਨ ਹਾਊਸਿੰਗ ਸੰਬੰਧੀ ਅਹਿਮ ਘੋਸ਼ਣਾ ਕੀਤੀ ਹੈ। ਪ੍ਰੀਮੀਅਰ ਨੇ ਪ੍ਰੋਵਿੰਸ਼ੀਅਲ ਬਿਲਡਿੰਗ ਫਾਸਟਰ ਫੰਡ ਰਾਹੀਂ $8.4 ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜਿਸ ਰਾਹੀਂ ਮਿਲਟਨ ਵਾਸੀਆਂ ਲਈ ਹੋਰ ਘਰ ਬਣਾਏ ਜਾਣਗੇ। ਪਿਛਲੇ ਸਾਲ ਲਈ ਆਪਣੇ ਰਿਹਾਇਸ਼ੀ ਟੀਚੇ ਨੂੰ 27% ਤੱਕ ਪਾਰ ਕਰਨ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਮਿਲਟਨ ਨੂੰ $8.4 ਮਿਲੀਅਨ ਦਾ ਚੈੱਕ ਦਿੱਤਾ ਹੈ। ਇਹ ਪੈਸਾ ਬਿਲਡਿੰਗ ਫਾਸਟਰ ਫੰਡ ਰਾਹੀਂ ਦਿੱਤਾ ਗਿਆ ਹੈ, ਜੋ ਕਿ ਪਿਛਲੀ ਅਗਸਤ ਵਿੱਚ ਓਨਟਾਰੀਓ ਦੁਆਰਾ ਘੋਸ਼ਿਤ ਕੀਤੇ ਗਏ 3 ਸਾਲਾਂ ਦੇ 1.2 ਬਿਲੀਅਨ ਪੋਰਟ ਵਿੱਚੋਂ ਮਿਊਨਿਸਪੈਲਿਟੀਆਂ ਨੂੰ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਸੀ। ਇੱਕ ਪ੍ਰੋਵਿੰਸ਼ੀਅਲ ਨਿਊਜ਼ ਰਿਲੀਜ਼ ਦੇ ਅਨੁਸਾਰ ਫੰਡਿੰਗ ਉਹਨਾਂ ਨਗਰਪਾਲਿਕਾਵਾਂ ਨੂੰ ਅਲਾਟ ਕੀਤੀ ਜਾਂਦੀ ਹੈ ਜੋ ਆਪਣੇ ਸਾਲਾਨਾ ਰਿਹਾਇਸ਼ੀ ਟੀਚਿਆਂ ਦੇ 80% ਜਾਂ ਇਸ ਤੋਂ ਵੱਧ ਦੇ ਟੀਚੇ ਤੱਕ ਪਹੁੰਚਦੀਆਂ ਨੇ। To build a fully separated passenger rail line so we can finally make two-way all-day go a reality.
We're ready to go. We need the feds to get on board as we move forward these massive infrastructure projects. We're working closely with Mayor Krantz and Council to build more homes. Last summer, we introduced Building Faster Fund. This new fund is a 3-year, $1.2 billion program that will reward municipalities for making significant progress against housing targets. And today, I'm pleased to announce that Milton not only met the 2023 target, but exceeded it by 27%. So Mayor and Council, thank you. Last year, Milton broke ground on 1,952 new homes. It's just amazing. Just think of that, 1,952 families are going to have an opportunity to call Milton home. So today, it's my privilege to present the town of Milton with a Building Faster Fund for $8.4 million. ਓਨਟਾਰੀਓ ਦੀ ਰਿਹਾਇਸ਼ ਦੀ ਕਮੀ ਨੂੰ ਘੱਟ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਫੋਰਡ ਸਰਕਾਰ ਨੇ 2031 ਤੱਕ 1.5 ਮਿਲੀਅਨ ਨਵੇਂ ਘਰਾਂ ਦੀ ਉਸਾਰੀ ਲਈ ਜ਼ੋਰ ਦੇਣ ਦੀ ਸਹੁੰ ਖਾਧੀ ਏ। ਇਸ ਵਿੱਚ 50 ਸਭ ਤੋਂ ਵੱਡੀਆਂ ਨਗਰਪਾਲਿਕਾਵਾਂ ਲਈ ਸੂਬਾਈ ਤੌਰ ਤੇ ਨਿਰਧਾਰਿਤ ਹਾਊਸਿੰਗ ਟੀਚੇ ਸ਼ਾਮਿਲ ਨੇ। ਮਿਲਟਨ ਦਾ ਕੁੱਲ ਹਿੱਸਾ 19,000 ਏ। ਪ੍ਰੋਵਿੰਸ ਦੇ ਹਾਊਸਿੰਗ ਟਰੈਕਰ ਦੇ ਅਨੁਸਾਰ ਮਿਲਟਨ ਕੋਲ 2023 ਵਿੱਚ 1952 ਹਾਊਸਿੰਗ ਸਟਾਰਟ ਸਨ, ਜੋ ਇਸ ਦੇ 1540 ਦੇ ਟੀਚੇ ਤੋਂ ਕਾਫੀ ਜ਼ਿਆਦਾ ਸਨ। ਜ਼ਿਕਰਯੋਗ ਹੈ ਕਿ ਮਿਲਟਨ ਓਨਟਾਰੀਓ ਦੀ ਨਵੀਨਤਮ ਨਗਰਪਾਲਿਕਾ ਹੈ, ਜਿਸ ਨੂੰ ਬਿਲਡਿੰਗ ਫਾਸਟਰ ਫੰਡ ਤੋਂ ਪੈਸਾ ਅਲਾਟ ਕੀਤਾ ਗਿਆ ਹੈ। ਫਰਵਰੀ ਵਿੱਚ ਫੋਰਡ ਨੇ ਟੋਰਾਂਟੋ ਨੂੰ ਆਪਣੇ ਹਾਊਸਿੰਗ ਟੀਚੇ ਨੂੰ ਪਾਰ ਕਰਨ ਲਈ $114 ਮਿਲੀਅਨ ਦਿੱਤੇ ਸਨ, ਜਦਕਿ ਬਰੈਂਪਟਨ ਨੇ ਆਪਣੇ ਹਿੱਸੇ ਦੇ 85% ਨੂੰ ਪੂਰਾ ਕਰਨ ਲਈ $25.5 ਮਿਲੀਅਨ ਪ੍ਰਾਪਤ ਕੀਤੇ। ਤੇ ਉਧਰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਨੇ ਮੁੜ ਤੋਂ ਟਰੂਡੋ ਸਰਕਾਰ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ BC ਦੇ ਪ੍ਰੀਮੀਅਰ ਡੇਵਿਡ ਏਬੀ ਨੂੰ 1 ਅਪ੍ਰੈਲ ਨੂੰ ਕਾਰਬਨ ਟੈਕਸ ਵਾਅਦੇ ਨੂੰ ਰੱਦ ਕਰਨ ਦੀ ਚੁਣੌਤੀ ਦਿੱਤੀ ਹੈ। ਇਸ ਦੌਰਾਨ ਹੀ ਪੀਅਰ ਪੋਲੀਏਵਰ ਨੇ ਵਪਾਰਕ ਨੇਤਾਵਾਂ ਨੂੰ ਵੀ ਝਾੜ ਪਾਈ ਹੈ। ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੁਆਰਾ ਆਯੋਜਿਤ ਸਮਾਗਮ ਵਿੱਚ ਸ਼ਾਮਿਲ ਹੋਏ ਕੰਜ਼ਰਵੇਟਿਵ ਨੇਤਾ ਨੇ ਕੈਨੇਡੀਅਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਬੀਤੀ ਸਵੇਰ ਗ੍ਰੇਟਰ ਵੈਨਕੂਵਰ ਚੈਂਬਰ ਆਫ ਕਾਮਰਸ ਨਾਲ ਗੱਲ ਕਰਦੇ ਹੋਏ ਪੋਲੀਵਰ ਨੇ ਕਾਰਪੋਰੇਟ ਹਿੱਤਾਂ ਤੇ ਵਰਕਰਾਂ ਲਈ ਖੜੇ ਹੋਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਵਪਾਰਕ ਨੇਤਾਵਾਂ ਨੂੰ ਆਪਣੇ ਪ੍ਰੋਜੈਕਟਾਂ ਲਈ ਕਮਿਊਨਿਟੀ ਟ੍ਰੇਡ-ਇਨ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਦੀ ਸਹੁੰ ਖਾਧੀ। ਉਹਨਾਂ ਦੱਸਿਆ ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਜਾਣਗੇ ਤਾਂ ਕਾਰਪੋਰੇਟ ਲਈ ਨਾ ਕੇਵਲ ਉਹਨਾਂ ਨੂੰ ਬਲਕਿ ਜਨਤਾ ਨੂੰ ਵੀ ਯਕੀਨ ਦਿਵਾਉਣਾ ਜ਼ਰੂਰੀ ਹੋਵੇਗਾ ਕਿ ਉਹਨਾਂ ਦੇ ਏਜੰਡੇ ਲੋਕਾਂ ਲਈ ਕਿੰਨੇ ਚੰਗੇ ਨੇ। ਉਹਨਾਂ ਇਹ ਵੀ ਕਿਹਾ ਕਿ ਰੋਜ਼ ਉਹਨਾਂ ਦਾ ਇੱਕ ਕੰਮ ਬਹੁਤ ਜ਼ਰੂਰੀ ਹੋਵੇਗਾ ਤੇ ਉਹ ਇਹ ਹੋਵੇਗਾ ਕਿ ਦੇਸ਼ ਦੇ ਮਜ਼ਦੂਰ ਵਰਗ ਦੇ ਲੋਕਾਂ ਲਈ ਕੀ ਚੰਗਾ ਹੈ, ਇਸ ਨੂੰ ਯਕੀਨੀ ਬਣਾਉਣਾ। And my message to corporate Canada is that when I'm Prime Minister, if you want any of your policy agenda pushed forward, you're going to have to convince not just me, but the people of Canada that it is good for them. For too long, corporate leaders have thought that their role is simply to write a policy statement and expect it to be implemented. Meanwhile, it has been left to workers on the ground and First Nations in their communities to fight for the projects that have been good for them, projects that are ultimately blocked by government gatekeepers and leaving those workers and those communities on the sidelines. And so when I'm Prime Minister, my obsession, my daily obsession, will be about what is good for the working class people of this country. And I'm going to go through my common sense plan now and talk about why this plan is not only popular, the one obviously very popular with the people. We've seen the results of we've obviously seen the public opinion data showing that people overwhelmingly support my common sense plan. This is exactly the worst time to raise the cost of food. And that is why I am announcing today that I'm calling on NDP Premier David Eby and Justin Trudeau and Jagmeet Singh to cancel the April 1st carbon tax hike, spike the hike, and axe the tax. My common sense plan is to use the federal spending power in order to get the local bureaucracies that block housing construction out of the way. So what I will do What I will intend to do is link the federal dollars that cities get for housing to the number of homes that they actually allow to be built. So we will require municipalities permit 15% more home building per year
as a condition of getting their federal money. If they beat the target, they'll get a bonus. If they miss the target, they will pay a penalty. And it will be strictly proportional. So if they beat the target by 10%, they'll get 10% more money. If they miss the target by 10%, they'll get 10% less money. ਵੈਨਕੂਵਰ ਦੇ ਵਪਾਰਕ ਭੀੜ ਨੂੰ ਪੋਲੀਏਵਰ ਦਾ ਆਰਥਿਕ ਸੰਦੇਸ਼ ਸੰਘੀ ਬਜਟ ਨੂੰ ਸੰਤੁਲਿਤ ਕਰਨ ਦੇ ਆਪਣੇ ਵਾਅਦੇ ਦੁਆਲੇ ਕੇਂਦਰਿਤ ਸੀ। ਹਾਲਾਂਕਿ ਕੰਜ਼ਰਵੇਟਿਵ ਸਰਕਾਰ ਇਸ ਟੀਚੇ ਨੂੰ ਕਿਵੇਂ ਪ੍ਰਾਪਤ ਕਰੇਗੀ ਜਾਂ ਉਹ ਖਰਚਿਆਂ ਵਿੱਚ ਕਿੰਨੀ ਤੇਜ਼ੀ ਨਾਲ ਕਟੌਤੀ ਕਰੇਗੀ, ਇਸ ਬਾਰੇ ਵੇਰਵੇ ਬਹੁਤ ਹੀ ਘੱਟ ਸਾਂਝੇ ਕੀਤੇ ਗਏ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਰ ਪੋਲੀਏਵਰ ਨੇ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੀ ਬ੍ਰੇਕਫਾਸਟ ਮੀਟਿੰਗ ਵਿੱਚ BC ਦੇ ਪ੍ਰੀਮੀਅਰ ਡੇਵਿਡ ਈਵੀ ਨੂੰ 1 ਅਪ੍ਰੈਲ ਦੇ ਕਾਰਬਨ ਟੈਕਸ ਵਾਅਦੇ ਨੂੰ ਰੱਦ ਕਰਨ ਦੀ ਚੁਣੌਤੀ ਦਿੱਤੀ ਅਤੇ ਵਪਾਰਕ ਨੇਤਾਵਾਂ ਨੂੰ ਸਰਕਾਰ ਦੀ ਚਾਪਲੂਸੀ ਕਰਨ ਲਈ ਝਾੜ ਪਾਈ। ਟੈਕਨੋਲੋਜੀ ਨਾਲ ਜੁੜੇ ਲੋਕਾਂ ਲਈ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ। ਸਰਕਾਰ ਟੈਕਨੋਲੋਜੀ ਨਾਲ ਸੰਬੰਧਿਤ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਨੌਕਰੀਆਂ, ਆਰਥਿਕਤਾ ਅਤੇ ਵਪਾਰ ਮੰਤਰੀ ਦੇ ਨਾਲ-ਨਾਲ ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀ ਨੇ ਕੈਲਗਰੀ ਵਿੱਚ ਇੱਕ ਨਵੇਂ ਨਿਵੇਸ਼ ਦਾ ਐਲਾਨ ਕੀਤਾ। ਫੋਰਟੀਨਾਈਟ ਨੇ ਅਲਬਰਟਾ ਦੇ ਤਕਨੀਕੀ ਖੇਤਰ ਵਿੱਚ $30 ਮਿਲੀਅਨ ਨਿਵੇਸ਼ ਕਰਨ ਦਾ ਐਲਾਨ ਕੀਤਾ ਤੇ ਸਰਕਾਰ ਇਸ ਵਾਸਤੇ $3 ਮਿਲੀਅਨ ਤੋਂ ਵੱਧ ਦਾ ਯੋਗਦਾਨ ਦੇਵੇਗੀ। ਫੋਰਟੀਨਾਈਟ ਨੇ 2025 ਤੱਕ 100 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦੇਣ ਦਾ ਵੀ ਟੀਚਾ ਮਿੱਥਿਆ ਹੈ। US ਆਧਾਰਿਤ ਗਲੋਬਲ ਸਾਈਬਰ ਸੁਰੱਖਿਆ ਲੀਡਰ ਫੋਰਟੀਨੇਟ ਨੇ ਅਲਬਰਟਾ ਦੇ ਤਕਨੀਕੀ ਖੇਤਰ ਵਿੱਚ $30 ਮਿਲੀਅਨ ਨਿਵੇਸ਼ ਕਰਨ ਅਤੇ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਨਵੈਸਟ ਅਲਬਰਟਾ ਅਤੇ ਕੈਲਗਰੀ ਆਰਥਿਕ ਵਿਕਾਸ ਦੇ ਨਾਲ ਅਤੇ ਅਲਬਰਟਾ ਸਰਕਾਰ ਦੀ ਗ੍ਰਾਂਟ ਨਾਲ ਫੋਰਟੀਨੇਟ ਕੈਲਗਰੀ ਦੇ ਡਾਊਨਟਾਊਨ ਵਿੱਚ ਵਿਸਥਾਰ ਕਰੇਗਾ ਅਤੇ ਇੱਕ ਅਤੀ ਆਧੁਨਿਕ ਸਾਈਬਰ ਸੁਰੱਖਿਆ ਤਕਨੀਕੀ ਹੱਬ ਬਣਾਏਗਾ। ਅਲਬਰਟਾ ਦੇ ਇਨੋਵੇਸ਼ਨ ਐਂਡ ਗਰੋਥ ਫੰਡ ਦੀ ਸਰਕਾਰ ਫੋਰਟੀਨੇਟ ਦੇ ਵਿਸਥਾਰ ਲਈ $3 ਮਿਲੀਅਨ ਤੋਂ ਵੱਧ ਦਾ ਯੋਗਦਾਨ ਦੇਵੇਗੀ, ਜਿਸ ਵਿੱਚ ਇੱਕ ਡੇਟਾ ਸੈਂਟਰ, ਇਸ ਦੇ ਅਵਾਰਡ ਜੇਤੂ ਸਾਈਬਰ ਸੁਰੱਖਿਆ ਸਿਖਲਾਈ ਪਾਠਕ੍ਰਮ ਲਈ ਇੱਕ ਸਿਖਲਾਈ ਸਹੂਲਤ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਸੰਚਾਲਨ ਤਕਨੀਕਾਂ ਦੀ ਸੁਰੱਖਿਆ ਵਿੱਚ ਢਿੱਲ ਅਤੇ ਗਿਆਨ ਨੂੰ ਵਧਾਉਣ ਲਈ ਉੱਤਮਤਾ ਦਾ ਕੇਂਦਰ ਸ਼ਾਮਿਲ ਹੈ। I'm pleased to announce that Alberta's government is investing more than $3 million through the Investment and Growth Fund to help Fortinet expand their operations right here in Calgary. This includes opening a new facility, which Fortinet will start work on almost immediately, creating jobs while growing and diversifying the local and provincial economies. Alberta's Investment and Growth Fund has been helping to secure private sector investments in Alberta since 2021. And Budget 2024 proposes to build on this success with an additional $15 million allocation. As the Minister in charge of Jobs, Economy and Trade, I see tremendous value in this partnership. Our support through the Investment and Growth Fund, or IGF, means Fortinet will spend approximately $30 million in Alberta. And I'm glad to be here at SAIT, who is working with Fortinet to share this great news. Because this is where Alberta's future technology workforce is gaining the skills they need to fill tech jobs being generated by companies like Fortinet. Fortinet aims to create 85 new permanent jobs and 80 temporary jobs. This adds to the roughly 50 Fortinet jobs already in our province today and provides current and future employees an innovative workplace which boasts a state-of-the-art cybersecurity center of excellence that will deliver world-class cybersecurity technologies and solutions across all sectors. And with the location of this new facility in downtown Calgary, this investment aligns with the government's commitments to revitalize our downtown centres. Bringing in this cutting-edge facility will help to ensure downtown Calgary remains vibrant, diverse, and a safe place for businesses and community members to succeed for years to come. ਅਲਬਰਟਾ ਆਧਾਰਿਤ ਸਿਖਲਾਈ ਸਹੂਲਤ ਗਲੋਬਲ ਸਾਈਬਰ ਸੁਰੱਖਿਆ ਹੁਨਰਾਂ ਦੀ ਘਾਟ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। ਤਕਨੀਕੀ ਪ੍ਰਤਿਭਾ ਦੀ ਪੂਰਵ ਅਨੁਮਾਨਿਤ ਘਾਟ ਨੂੰ ਪੂਰਾ ਕਰਨ ਲਈ ਫੋਰਟੀਨਾਈਟ ਉਹਨਾਂ ਕਰਮਚਾਰੀਆਂ ਨੂੰ ਨਵੇਂ ਕੈਰੀਅਰ ਮਾਰਗ ਪ੍ਰਦਾਨ ਕਰ ਰਿਹਾ ਹੈ ਜਿਨ੍ਹਾਂ ਨੂੰ ਮੁੜ ਸਿਖਲਾਈ ਜਾਂ ਅਪਡੇਟ ਕੀਤੀ ਮੁਹਾਰਤ ਹਾਸਲ ਕਰਨ ਦੀ ਲੋੜ ਹੈ। ਫੋਰਟੀਨਾਈਟ ਉਦਯੋਗ ਦੇ ਸਭ ਤੋਂ ਵੱਧ ਵਿਆਪਕ ਸਿਖਲਾਈ ਪ੍ਰੋਗਰਾਮਾਂ ਵਿੱਚ ਇੱਕ ਦੀ ਪੇਸ਼ਕਸ਼ ਕਰਦਾ ਹੈ, ਜਿਸ ਦਾ ਉਦੇਸ਼ ਉਪਲਬਧ ਤਕਨੀਕੀ ਪ੍ਰਤਿਭਾ ਵਿੱਚ ਵਿਭਿੰਨਤਾ ਲਿਆਉਣਾ ਹੈ। ਜ਼ਿਕਰਯੋਗ ਹੈ ਕਿ ਫੋਰਟੀਨਾਈਟ 2025 ਦੇ ਅੰਤ ਤੱਕ 100 ਤੋਂ ਵੱਧ ਸਟਾਫ ਰੱਖਣ ਦੇ ਟੀਚੇ ਦੇ ਨਾਲ ਡਾਊਨਟਾਊਨ ਕੈਲਗਰੀ ਵਿੱਚ ਜਗ੍ਹਾ ਸੁਰੱਖਿਅਤ ਕਰਨ, ਸਾਜ਼ੋ ਸਮਾਨ ਪ੍ਰਾਪਤ ਕਰਨ ਅਤੇ ਤੁਰੰਤ ਭਰਤੀ ਸ਼ੁਰੂ ਕਰਨ ਲਈ ਤਿਆਰ ਹੈ। ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ। ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।